विण कर्मा के मिलै लई। मत विच रतन जवाहर माणक, जे एक गुर की सिख सुनी। गुरा एक दे बुझाई, सबना जियां का एक दाता, सो मैं विसर ना जाई। तीरथ नावा जे तिस पावा। तीर्थां ते ਤਾਂ ਤਦ ਮੈਂ ਨਹਾਉਂਦਾ ਫਿਰਾਂ ਜੇਕਰ ਇਸ ਤਰ੍ਹਾਂ ਕਰਨ ਨਾਲ ਮੈਂ ਉਸ ਦੇ ਪਸੰਦ ਆ ਜਾਵਾਂ, ਉਸ ਨੂੰ ਪਾ ਜਾਵਾਂ। ਤੀਰਥ ਨਾਵਾਂ ਜੇਕਰ ਤਿਸ ਭਾਵਾਂ, ਤੀਰਥ ਇਸ਼ਨਾਨਾ ਕਰਕੇ ਮੈਂ ਉਸ ਨੂੰ ਪਾ ਜਾਵਾਂ। ਵਿਣ ਭਾਣੇ ਤੇ ਜੇ ਹੁਣ ਅਰਥ ਬੋਧ ਅਨੁਸਾਰ ਕੇ ਨਹਾਏ ਕਰੀ। ਤੇ ਜੇ ਇਸ ਤਰ੍ਹਾਂ ਮੈਂ ਉਹਨੂੰ ਪਾਇਆ ਹੀ ਨਾ, ਬਿਨਾਂ ਉਸ ਦੇ ਪਾਏ, ਜੇ ਇਸ ਤਰ੍ਹਾਂ ਤੀਰਥ ਇਸ਼ਨਾਨਾਂ ਨਾਲ ਮੈਂ ਉਸ ਨੂੰ ਪਾਇਆ ਹੀ ਨਾ, ਤਾਂ ਫਿਰ ਨਹਾਏ ਕੇ ਕਰੀ। ਫਿਰ ਤੀਰਥਾਂ ਤੇ ਨਹਾ ਕੇ ਮੈਂ ਕੀ ਕਰਨਾ ਹੈ? ਮੇਰਾ ਕੀ ਸੁਧਰ ਜਾਏਗਾ? ਮੇਰਾ ਕੀ ਸਵਰ ਜਾਏਗਾ? ਤੀਰਥ ਇਸ਼ਨਾਨਾਂ ਦੀ ਪੂਰੀ ਨਖੇਦੀ ਹੈ। ਤੀਰਥ ਨਾਵਣ, ਤੀਰਥ ਨਾਏ ਨਾ ਉਤਰਸ ਮੈਲ। ਤੀਰਥ ਨਾਏ ਨਾ ਉਤਰਸ ਮੈਲ। ਕਰਮ ਧਰਮ ਸਭ ਹਉ ਮੈਂ ਫੈਲ। ਤੀਰਥਾਂ ਤੇ ਨਹਾਉਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਇਹ ਤਾਂ ਕਰਮ ਧਰਮ ਹੈ, ਇਹ ਤਾਂ ਕਰਮ ਕਾਂਡ ਹੈ। ਕਰਮ ਧਰਮ ਸਭ ਹਉ ਮੈਂ ਫੈਲ। ਸਭ ਇਹ ਸਾਰਾ ਕਰਮ ਕਾਂਡ ਤੀਰਥ ਇਸ਼ਨਾਨਾਂ ਦਾ। ਹਉ ਮੈਂ ਫੈਲ, ਫੈਲ ਕਹਿੰਦੇ ਨੇ ਵਿਖਾਵੇ ਨੂੰ। ਇਹ ਤੇ ਹੰਕਾਰ ਪ੍ਰਗਟ ਕਰਨਾ, ਇਹ ਤੇ ਹੰਕਾਰ ਵਿਖਾਉਣਾ ਬਈ ਮੈਂ ਤੇ ਤੀਰਥ ਜਾਇਆ। ਹੁਣ ਮੈਂ ਨਹੀਂ ਤੁਹਾਡੇ ਵਿੱਚ ਰਲਦਾ, ਤੁਸੀਂ ਨੀਵੇਂ ਮੈਂ ਉੱਚਾ। ਇਹ ਤੇ ਹੰਕਾਰ ਦਾ ਪ੍ਰਗਟਾਵਾ ਹੈ, ਇਹ ਤੇ ਵਿਖਾਵਾ ਹੈ ਲੋਕਾਂ ਨੂੰ। ਅੰਤਰ ਮੈਲ ਜੇ ਤੀਰਥ ਨਾ ਵੈ, ਤਿਸ ਬੈਕੁੰਠ ਨਾ ਜਾਣ। ਕਬੀਰ ਜੀ ਕਹਿੰਦੇ ਨੇ ਜੇ ਤੀਰਥਾਂ ਤੇ ਨਹਾਉਂਦਾ ਰਹੇ ਤਾਂ ਅੰਦਰਲੀ ਮੈਲ ਤੇ ਉਵੇਂ ਬਣੀ ਰਹਿੰਦੀ ਹੈ, ਇਹ ਤੇ ਨਹੀਂ ਲੈ ਜਾਂਦੀ। ਤਿਸ ਬੈਕੁੰਠ ਨਾ ਜਾਣਾ। ਉਹ ਕੋਈ ਇਸ ਤਰ੍ਹਾਂ ਤੀਰਥਾਂ ਤੇ ਨਹਾਉਣ ਨਾਲ ਕੋਈ ਸਵਰਗਾਂ 'ਚ ਨਹੀਂ ਪਹੁੰਚ ਜਾਂਦਾ। ਲੋਕ ਪਤੀਣੇ ਕਛੁ ਨਾ ਹੋਵੇ, ਨਾ ਹੀ ਰਾਮ ਐਨ। ਉਹ ਪਰਮੇਸ਼ਰ ਐਡਾ ਭੋਲਾ ਨਹੀਂ, ਨਿਆਣਾ ਨਹੀਂ, ਉਹ ਭੋਲਾ ਨਹੀਂ। ਤੂੰ ਉਹਨੂੰ ਧੋਖਾ ਨਹੀਂ ਦੇ ਸਕਦਾ। ਲੋਕ ਪਤੀਣੇ ਕਛੁ ਨਾ ਹੋਵੇ। ਲੋਕਾਂ ਨੂੰ ਖੁਸ਼ ਕਰਨ ਨਾਲ ਤੇਰਾ ਕੀ ਸਵਰ ਜਾਏਗਾ ਭਾਈ? ਨਾ ਹੀ ਰਾਮ ਹੈ ਆਣਾ, ਅਤੇ ਨਾ ਹੀ ਪਰਮਾਤਮਾ ਐਡਾ ਭੋਲਾ ਹੈ ਕਿ ਤੈਨੂੰ ਉਹ ਸਵੀਕਾਰ ਕਰ ਲਵੇਗਾ ਤੇਰੇ ਤੀਰਥ ਇਸ਼ਨਾਨਾਂ ਕਰਕੇ। ਗੁਰਮਤਿ ਨੇ ਤਾਂ ਭਾਈ ਨਾਮ ਬਾਣੀ ਨੂੰ ਪ੍ਰੋੜਤਾ ਦਿੱਤੀ ਹੈ। ਨਾਮ ਜਲ ਨਾਲ ਮਨ ਦਾ ਇਸ਼ਨਾਨ, ਇਹ ਸੱਚਾ ਤੀਰਥ ਇਸ਼ਨਾਨ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਤੀਰਥ ਨਾਵਣ ਜਾਓ। ਤੀਰਥਾਂ ਤੇ ਨਹਾਉਣ ਦਾ ਸ਼ੌਕ ਹੈ ਤਾਂ ਕਿਹੜੇ ਤੀਰਥ ਤੇ ਜਾਓ? ਤੀਰਥ ਹੈ ਨਾਮ। ਪਰਮੇਸ਼ਰ ਦਾ ਨਾਮ, ਗੁਰੂ ਦੀ ਬਾਣੀ, ਇਹ ਸੱਚਾ ਤੀਰਥ ਹੈ। ਇੱਥੇ ਇਸ ਨਾਮ ਜਲ ਵਿੱਚ ਮਨ ਦਾ ਇਸ਼ਨਾਨ ਕਰਾਓ। ਤੀਰਥ ਸ਼ਬਦ ਵਿਚਾਰ, ਆ ਬਾਣੀ ਦੀ ਵਿਚਾਰ, ਇਹ ਤੀਰਥ ਹੈ। ਇਸ ਨਾਲ ਮਨ ਧੋਤਾ ਜਾਏਗਾ। ਅੰਤਰ ਗਿਆਨ ਹੈ। ਇਸ ਸ਼ਬਦ ਦੇ ਵਿਚਾਰ ਨਾਲ ਅੰਦਰ ਗਿਆਨ ਪੈਦਾ ਹੁੰਦਾ ਹੈ, ਬ੍ਰਹਮ ਗਿਆਨ।
ਇਸ ਕਰਕੇ ਬਾਣੀ ਦੀ ਵਿਚਾਰ ਇਹ ਅਸਲੀ ਤੀਰਥ ਹੈ ਮਨ ਨੂੰ ਧੋਣ ਦੀ, ਮਨ ਦੀ ਮੈਲ ਕੱਢਣ। ਤੀਰਥ ਨਾਵਾ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਤੇ ਇਸ ਤਰ੍ਹਾਂ ਮੈਂ ਉਹਨੂੰ ਪਾਉਂਦਾ ਹੀ ਨਹੀਂ, ਜੇ ਇਸ ਤਰ੍ਹਾਂ ਮੈਂ ਉਹਨੂੰ ਚੰਗਾ ਹੀ ਨਹੀਂ ਲੱਗਾਂਗਾ ਤੀਰਥ ਇਸ਼ਨਾਨ ਨਾ ਕਰਕੇ, ਫਿਰ ਨਹਾਉਣ ਦਾ ਕੀ ਲਾਭ ਹੋਇਆ? ਨਾ ਕੇ ਮੈਂ ਕੀ ਖੱਟ ਲਵਾਂਗਾ। ਜੇਤੀ ਸਿਰਠ ਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ। ਜੇਤੀ ਸਿਰਠ ਉਪਾਈ ਵੇਖਾਂ, ਸਿਰਠ ਤੋਂ ਭਾਵ ਹੈ ਸ੍ਰਿਸ਼ਟੀ ਤੋਂ ਭਾਵ ਹੈ ਦੁਨੀਆ। ਅੱਜ ਜਿੰਨੀ ਦੁਨੀਆ ਮੈਂ ਵੇਖੀ ਹੈ, ਜਿੰਨੀ ਦੁਨੀਆ ਮੈਂ ਵੇਖ ਰਿਹਾ, ਵਿਣ ਕਰਮਾਂ, ਬਿਨਾਂ ਭਾਗਾਂ, ਬਿਨਾਂ ਪਰਮੇਸ਼ਰ ਦੀ ਮਿਹਰ, ਬਿਨਾਂ ਭਾਗਾਂ ਕੇ ਮਿਲੇ ਤੇ ਕੇ ਲਈ। ਬਿਨਾਂ ਭਾਗਾਂ ਕੀ ਮਿਲ ਸਕਦਾ ਹੈ? ਬਿਨਾਂ ਪਰਮੇਸ਼ਰ ਦੀ ਮਿਹਰ ਦੇ ਕੀ ਮੈਂ ਲੈ ਸਕਦਾ ਹੈ? ਕੁਛ ਨਹੀਂ। ਜੋ ਪ੍ਰਾਪਤੀ ਪਾਉਣੀ ਹੈ, ਜੋ ਕੁਛ ਮਿਲਣਾ ਹੈ, ਬੰਦਗੀ ਕਰਕੇ ਉਸ ਦੀ ਮਿਹਰ ਨਾਲ ਮਿਲਣਾ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਤੋਂ ਭਾਵ ਕੇਵਲ ਇੱਕ। ਜੇ ਸਿਰਫ ਆਪਣੇ ਗੁਰੂ ਦੀ ਹੀ ਸਿੱਖਿਆ ਸੁਣੀ ਤੇ ਕਮਾਈ ਜਾਏ ਤੇ ਮਤ ਵਿੱਚ ਰਤਨ ਜਵਾਹਰ ਮਾਣਕ ਪੈਦਾ ਹੋ ਜਾਂਦੇ ਨੇ। ਫਿਰ ਮਤ ਵਿੱਚ ਚੰਗੇ ਚੰਗੇ ਗੁਣ ਪੈਦਾ ਹੋ ਜਾਂਦੇ ਨੇ। ਫਿਰ ਮਤ ਵਿੱਚ ਸੋਹਣੇ ਸੋਹਣੇ ਵਿਚਾਰ ਉੱਠਦੇ ਨੇ। ਇਹ ਹੈ ਰਤਨ ਜਵਾਹਰ ਮਾਣਕ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਗੁਰੂ, ਤੂੰ ਮੈਨੂੰ ਆ ਇੱਕ ਸੋਝੀ ਬਖਸ਼ ਦੇ ਕਿ ਸਭਨਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਦਾਤਾਰ ਪ੍ਰਭੂ ਹੈ। ਮੈਂ ਨਾ ਸ਼ੁਕਰਾ ਕਦੇ ਨਾ ਹੋਵਾਂ, ਮੈਂ ਉਸ ਨੂੰ ਕਦੇ ਭੁੱਲਾਂ ਨਾ। ਸੋ ਮੈਂ ਵਿਸਰ ਨਾ ਜਾਈ, ਉਹ ਪ੍ਰਭੂ ਮੈਨੂੰ ਕਦੇ ਭੁੱਲੇ ਨਾ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਜੇ ਤਿਸ ਗੁਣ ਕੋਈ ਕਰੇ। ਜੇ ਜੁਗ ਚਾਰੇ ਆਰਜਾ, ਆਰਜਾ ਕਹਿੰਦੇ ਨੇ ਉਮਰ। ਜੇ ਮੇਰੀ ਉਮਰ ਕਿਤੇ ਵੱਧ ਕੇ 4 ਜੁਗਾਂ ਜਿਤਨੀ ਲੰਮੀ ਹੋ ਜਾਏ, ਇੱਥੇ ਹੀ ਬਸ ਨਹੀਂ, ਹੋਰ ਦਸੂਣੀ ਹੋਏ, ਇਸ ਤੋਂ ਵੀ ਵੱਧ ਕੇ 10 ਗੁਣੀ ਹੋ ਜਾਏ, 40 ਜੁਗ ਜਿਤਨੀ ਮੇਰੀ ਜ਼ਿੰਦਗਾਨੀ ਲੰਮੀ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਆਂ, ਧਰਤੀ ਦੇ 9 ਖੰਡ ਭਾਵ ਕੁੱਲ ਸੰਸਾਰ, 9 ਕੰਟੀਨੈਂਟਸ। ਕੁੱਲ ਸੰਸਾਰ ਵਿੱਚ ਪ੍ਰਸਿੱਧ ਹੋ ਜਾਏ ਬੰਦਾ, ਜਾਣਿਆ ਜਾਣ ਲੱਗ ਪਵੇ, ਲੋਕ ਉਸ ਨੂੰ ਜਾਣ ਲੈਣ। ਨਾਲ ਚੱਲੈ ਸਭ ਕੋਏ, ਭਾਵ ਹੈ
ਉਸ ਦੇ ਨਾਲ ਤੁਰਨ ਸਾਰੇ ਲੋਕ, ਹਾਂ ਵਿੱਚ ਹਾਂ ਰਲਾਉਣ, ਉਸ ਦੇ ਹਿਮਾਇਤੀ ਹੋ ਜਾਣ। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ, ਅੱਛਾ ਨਾਮਣਾ ਬਣਾ ਕੇ ਜਗਤ ਤੋਂ, ਸੰਸਾਰ ਤੋਂ ਇੱਜ਼ਤ ਖੱਟੇ, ਸ਼ੋਭਾ ਖੱਟੇ, ਸ਼ੋਹਰਤ ਖੱਟੇ। ਲੇਕਿਨ ਜੇ ਤਿਸ ਨਦਰ ਨਾ ਆਵੇ, ਜੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਥੱਲੇ ਨਾ ਆਇਆ, ਤਾਂ ਬਾਤ ਨਾ ਪੁੱਛਿਆ ਕਿ ਤਾਂ ਉਹੀ ਜੀਵ ਜਦੋਂ ਦਰਗਾਹੇ ਮੁੜੇਗਾ, ਉਸ ਦੀ ਕਿਸੇ ਬਾਤ ਨਹੀਂ ਪੁੱਛਣੀ, ਉਸ ਦੀ ਕੋਈ ਕਦਰ ਨਹੀਂ ਪਏਗੀ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਹ ਜਿਸ ਨੂੰ ਨਦਰ ਪ੍ਰਾਪਤ ਨਹੀਂ ਹੋਈ, ਮਿਹਰ ਪ੍ਰਾਪਤ ਨਹੀਂ ਹੋਈ, ਜਿਸ ਨੇ ਬੰਦਗੀ ਨਹੀਂ ਕੀਤੀ, ਜਿਹਨੇ ਮਿਹਰ ਪ੍ਰਾਪਤ ਨਹੀਂ ਕੀਤੀ, ਕੀਟਾਂ ਅੰਦਰ ਕੀਟ, ਉਹ ਕੀੜਿਆਂ ਵਿੱਚੋਂ ਵੀ ਨੀਵਾਂ ਕੀੜਿਆ ਮੰਨਿਆ ਜਾਏਗਾ। ਕੀਟਾਂ ਅੰਦਰ ਕੀਟ, ਕੀੜਿਆਂ ਵਿੱਚੋਂ ਵੀ ਨਿਕੰਮਾ ਕੀੜਿਆ ਗਿਣਿਆ ਜਾਏਗਾ। ਕਰ ਦੋਸ਼ੀ, ਦੋਸ਼ੀ ਠਹਿਰਾ ਕੇ, ਗੁਨਾਹਗਾਰ ਠਹਿਰਾ ਕੇ ਦੋਸ਼ ਧਰੇ, ਧਰਮਰਾਜ ਉਸ ਤੇ ਇਲਜ਼ਾਮ ਲਗਾਏਗਾ, ਦੋਸ਼ ਧਰੇਗਾ, ਇਲਜ਼ਾਮ ਲਗਾਏਗਾ। ਕੀ, ਕਿਹੜਾ ਇਲਜ਼ਾਮ? ਪਰਮਾਤਮਾ ਨੂੰ ਭੁਲਾਈ ਰੱਖਣ ਦਾ, ਪਰਮੇਸ਼ਰ ਨੂੰ ਭੁਲਾਈ ਰੱਖਣ ਦਾ, ਅਕਿਰਤ ਕਰਨ ਹੋਣ ਦਾ ਇਲਜ਼ਾਮ ਲਗਾਏਗਾ। ਉਹ ਭਾਈ ਤੂੰ ਦਾਤਾ ਪਾਉਂਦਾ ਰਿਹਾ ਹੈ, ਕਦੇ ਸ਼ੁਕਰਾਨਾ ਨਹੀਂ ਕੀਤਾ, ਕਦੇ ਯਾਦ ਨਹੀਂ ਕੀਤਾ। ਨਾਨਕ ਨਿਰਗੁਣ ਗੁਣ ਕਰੇ। ਨਿਰਗੁਣ ਗੁਣਹੀਨ, ਜਿਸ ਵਿੱਚ ਕੋਈ ਗੁਣ ਨਹੀਂ, ਗੁਣ ਕਰੇ ਗੁਣਵਾਨ ਬਣਾ ਦੇਂਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਪਰਮਾਤਮਾ ਜੇ ਮਿਹਰ ਦੀ ਨਜ਼ਰ ਕਰ ਦੇਵੇ, ਰਹਿਮਤ ਕਰ ਦੇਵੇ, ਤਾਂ ਇੱਕ ਨਿਰਗੁਣ ਇਨਸਾਨ ਨੂੰ ਵੀ ਗੁਣਵਾਨ ਬਣਾ ਦਿੰਦਾ ਹੈ, ਗੁਣੀ ਬਣਾ ਦਿੰਦਾ ਹੈ। ਗੁਣ ਕਰੇ ਗੁਣੀ ਬਣਾ ਦਿੰਦਾ। ਗੁਣਵੰਤਿਆਂ ਗੁਣ ਦੇ, ਗੁਣਵਾਨਾਂ ਵਾਲੇ ਗੁਣ ਉਸ ਨੂੰ ਬਖਸ਼ ਦਿੰਦਾ ਹੈ। ਜਿਹੜਾ ਗੁਣਾਂ ਤੋਂ ਬਿਲਕੁਲ ਸਖਣਾ ਸੀ, ਉਸ ਤੇ ਮਿਹਰ ਕਰਕੇ ਉਸ ਨੂੰ ਗੁਣਵਾਨਾਂ ਵਾਲੇ, ਅੱਛੇ ਗੁਣਵਾਨਾਂ ਵਾਲੇ ਗੁਣ ਬਖਸ਼ ਦਿੰਦਾ ਹੈ। ਤੇਹਾ ਕੋਈ ਨਾ ਸੁਝੇ। ਮੈਨੂੰ ਤੇ ਪ੍ਰਭੂ ਵਰਗਾ ਹੋਰ ਕੋਈ ਨਹੀਂ ਸੁਝਦਾ, ਜਿਹੜਾ ਇਹੋ ਜਿਹੀ ਕਰਾਮਾਤ ਕਰ ਸਕੇ ਕਿ ਇੱਕ ਨਿਰਗੁਣ ਬੰਦੇ ਨੂੰ ਗੁਣਵਾਨ ਬਣਾ ਦੇਵੇ ਇੱਕ ਮਿਹਰ ਦੀ ਨਜ਼ਰ ਨਾਲ। ਮੈਨੂੰ ਐਸਾ ਤੇ ਹੋਰ ਕੋਈ ਨਹੀਂ ਨਜ਼ਰ ਆਉਂਦਾ ਜੋ ਐਡਾ ਚਮਤਕਾਰ ਵਿਖਾਵੇ। ਤੇਹਾ ਕੋਈ ਨਾ ਸੁਝਈ, ਜਿਹੜਾ ਕੋਈ ਤਿਸ ਨਿਰਗੁਣ ਬੰਦੇ ਨੂੰ ਗੁਣ ਕਰੇ, ਗੁਣਵਾਨ ਬਣਾ ਦੇਵੇ। ਮੈਨੂੰ ਤਾਂ ਹੋਰ ਕੋਈ ਰੱਬ ਜਿਹਾ ਹੋਰ ਕੋਈ ਦਿਸਦਾ ਨਹੀਂ, ਜਿਹੜਾ ਕੋਈ ਇੱਕ ਨਿਰਗੁਣ ਬੰਦੇ ਨੂੰ ਗੁਣਵਾਨ ਬਣਾ ਦਿੰਦੇ, ਜਿਵੇਂ ਪ੍ਰਭੂ ਬਣਾ ਦਿੰਦਾ। ਸੁਣੀਐ ਸਿੱਧ ਪੀਰ ਸੁਰ ਨਾਥ, ਸੁਣੀਐ ਧਰਤ ਧਵਲ ਆਕਾਸ਼, ਸੁਣੀਐ ਦੀਪ ਲੋ ਪਾਤਾਲ, ਸੁਣੀਐ ਪੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਇੱਥੋਂ ਸ਼ੁਰੂ ਹੁੰਦੀਆਂ ਨੇ ਸੁਣੀਐ ਦੀਆਂ 4 ਪੌੜੀਆਂ। ਸੁਣੀਆਂ ਕੀ ਹੈ? ਸੁਣਨਾ, ਧਿਆਨ ਨਾਲ ਸੁਣਨਾ, ਸੁਰਤ ਬਿਰਤੀ ਟਿਕਾ ਕੇ ਸੁਣਨਾ। ਸੁਣੀਐ ਸਿੱਧ ਪੀਰ ਸੁਰਨਾਥ। ਜੇ ਨਾਮ ਸੁਰਤ ਬਿਰਤੀ ਟਿਕਾ ਕੇ ਵੀ ਸੁਣਦੇ ਰਹੀਏ ਨਾ,
ਤਾਂ ਜਿਹੜੀਆਂ ਪਦਵੀਆਂ ਸਿੱਧਾਂ ਪੀਰਾਂ ਸੁਰਾਂ ਤੇ ਨਾਥਾਂ ਨੂੰ ਮਿਲਦੀਆਂ ਨੇ, ਉਹੀ ਪਦਵੀਆਂ ਮਿਲ ਸਕਦੀਆਂ ਨੇ। ਭਾਵ ਕੀ ਹੈ? ਸਾਰੀ ਜਨਤਾ ਉਸ ਸਮੇਂ ਪੜ੍ਹੀ ਲਿਖੀ ਨਹੀਂ ਸੀ ਹੁੰਦੀ। ਬਹੁਤ ਲੋਕ ਲਿਖ ਪੜ੍ਹ ਨਹੀਂ ਸੁਣ ਸਕਦੇ, ਬਾਣੀ ਪੜ੍ਹ ਕੇ ਖੁਦ ਲਾਹਾ ਨਹੀਂ ਸਨ ਲੈ ਸਕਦੇ। ਤਾਂ ਕਹਿੰਦੇ ਨੇ ਜੇਕਰ ਨਾਮ ਬਾਣੀ ਸੁਰਤ ਬਿਰਤੀ ਟਿਕਾ ਕੇ ਸੁਣੀ ਜਾਏ ਤਾਂ ਇਸ ਤਰ੍ਹਾਂ ਵੀ ਉਹ ਉੱਚੀਆਂ ਪਦਵੀਆਂ ਮਿਲ ਸਕਦੀਆਂ ਨੇ ਜਿਹੜੀਆਂ ਸੁਰਾਂ ਨੂੰ ਯਾਨੀ ਕਿ ਦੇਵਤਿਆਂ ਨੂੰ ਮਿਲੀਆਂ, ਸਿੱਧਾਂ ਨੂੰ ਮਿਲੀਆਂ, ਨਾਥਾਂ ਨੂੰ, ਜੋਗੀਆਂ ਦੇ ਗੁਰੂ ਉਹਨਾਂ ਨੂੰ ਨਾਥ ਕਹਿੰਦੇ ਨੇ, ਜਿਨ੍ਹਾਂ ਨਾਥਾਂ ਨੂੰ ਮਿਲੀਆਂ ਐਸੀਆਂ ਪਦਵੀਆਂ ਮਿਲ ਸਕਦੀਆਂ ਨੇ। ਸੁਣੀਐ ਧਰਤ ਧਵਲ ਆਕਾਸ਼। ਅਸਲ 'ਚ ਧਵਲ ਦਾ ਮਤਲਬ ਹੁੰਦਾ ਤੌਲਾ, ਤੇ ਅਰਥ ਹੈ ਤੌਲਾ ਬਲਦ। ਇੱਥੇ ਭਾਵ ਹੈ ਆਸਰੇ ਦਾ। ਸੁਣੀਐ ਧਰਤ ਆਕਾਸ਼, ਧਰਤ ਦਾ, ਧਰਤੀ ਦਾ ਅਤੇ ਆਕਾਸ਼ ਦਾ। ਭਾਵ ਆਕਾਸ਼ ਵਿੱਚ ਜਿਤਨੇ ਚੰਦ ਸੂਰਜ ਤਾਰੇ ਸਿਆਰੇ ਗ੍ਰਹਿ ਮੰਡਲ ਨੇ, ਇਹਨਾਂ ਸਾਰਿਆਂ ਦਾ ਆਸਰਾ, ਇਹਨਾਂ ਸਾਰਿਆਂ ਦਾ ਆਰਸਾ ਉਹ ਪਰਮੇਸ਼ਰ ਹੈ। ਉਸ ਦੀ ਸਮਰੱਥਾ ਹੈ, ਉਸ ਦੀ ਤਾਕਤ ਹੈ, ਉਸ ਦੇ ਆਸਰੇ ਖੜੋਤੇ ਨੇ। ਧਰਤੀ ਤੇ ਆਕਾਸ਼, ਆਕਾਸ਼ ਵਿੱਚ ਜਿਤਨਾ ਕੁਛ ਹੈ ਉਸ ਦੇ ਆਸਰੇ ਖੜਾ ਹੈ। ਸਾਡੀ ਅਗਿਆਨਤਾ ਨੂੰ ਹਲੂਣਾ ਦਿੱਤਾ ਹੈ। ਅਸੀਂ ਮਨ ਰੱਖਦੇ ਸਾਂ ਕਿ ਇਹ ਸਭ ਕੁਛ ਤੇ ਚੁੱਕਿਆ ਹੋਇਆ ਇੱਕ ਤੌਲੇ ਬਲਦ ਨੇ, ਉਸ ਦੇ ਸਿੰਘਾਂ ਤੇ ਇਹ ਸਭ ਪਾਰ ਹੈ। ਮੈਨੂੰ ਯਾਦ ਹੈ ਛੋਟੇ ਹੁੰਦਿਆਂ ਇਹੋ ਕਹਾਣੀਆਂ ਸਾਨੂੰ ਸੁਣਾਈਆਂ ਜਾਂਦੀਆਂ ਸਨ। ਆਖਦੇ ਸਨ ਜਦੋਂ ਥੱਕ ਗਿਆ ਇੱਕ ਸਿੰਘ ਤੋਂ ਦੂਜਾ ਸਿੰਘ ਬਦਲਿਆ ਤੇ ਫਿਰ ਭੁਚਾਲ ਆ ਜਾਂਦਾ ਹੈ ਜੀ। ਤੇ ਅਸੀਂ ਹੁਣੇ ਮੰਨ ਲੈਂਦੇ ਸਾਂ ਕਿ ਬਈ ਠੀਕ ਹੋਣਾ, ਪਰ ਇਹ ਅਗਿਆਨਤਾ ਹੈ। ਸੋਝੀ ਆ ਜਾਂਦੀ ਹੈ ਕਿ ਸਭ ਕਾਸੇ ਦਾ ਆਸਰਾ ਉਹ ਪਰਮੇਸ਼ਰ ਹੈ, ਕੁਦਰਤ ਦਾ ਵੀ ਤੇ ਜੀਵਾਂ ਦਾ ਵੀ। ਕੁਦਰਤ ਵੀ ਉਸ ਦੇ ਆਸਰੇ ਖੜੀ ਹੈ। ਸੁਣੀਐ ਦੀਪ ਲੋ ਪਾਤਾਲ। ਸੁਰਤ ਬਿਰਤੀ ਨਾਲ, ਸੁਰਤ ਬਿਰਤੀ ਟਿਕਾ ਕੇ ਜੇ ਬਾਣੀ ਸੁਣਦੇ ਰਹੀਏ ਤਾਂ ਪਤਾ ਲੱਗ ਜਾਂਦਾ ਹੈ ਦੀਪਾਂ ਲੋਹਾਂ ਪਾਤਾਲਾਂ ਦਾ ਆਸਰਾ ਉਹੀ ਹੈ। ਸੁਣੀਐ ਭੋ ਨਾ ਸਕੈ ਕਾਲ। ਸੁਣੀਐ ਭੋ ਨਾ ਸਕੈ ਕਾਲ। ਭੋਣਾ ਦਾ ਮਤਲਬ ਹੁੰਦਾ ਡਰਾਣਾ, ਤੇ ਕਾਲ ਹੈ ਮੌਤ। ਬਾਣੀ ਸੁਣਦੇ ਰਹੀਏ ਤਾਂ ਮੌਤ ਵੀ ਸਾਨੂੰ ਡਰਾ ਨਹੀਂ ਸਕਦੀ। ਗਹਿਰਾ ਭਾਵ ਹੈ ਆਤਮਿਕ ਮੌਤ ਵੀ ਸਾਨੂੰ ਦਬਾ ਨਹੀਂ ਸਕਦੀ। ਰੂਹਾਨੀ ਮੌਤ ਵੀ ਸਾਡੇ ਤੇ ਗਲਬਾ ਨਹੀਂ ਪਾ ਸਕਦੀ। ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਹਿਰਦੇ ਵਿੱਚ ਸਦਾ ਖੇੜਾ, ਸਦਾ ਆਨੰਦ ਖੇੜਾ, ਵਿਗਾਸ ਆਨੰਦ ਖੇੜਾ। ਕਿਉਂ? ਸੁਣੀਏ ਦੁੱਖ ਪਾਪ ਕਾ ਨਾਸ। ਕਿਉਂਕਿ ਨਾਮ ਸੁਣਦੇ ਰਹਾਂ ਉਹਨਾਂ ਦੇ ਅੰਦਰੋਂ ਪਾਪ ਮਿਟ ਜਾਂਦੇ ਨੇ ਤੇ ਸਾਰਾ ਦੁੱਖ ਤੇ ਪਾਪਾਂ ਦਾ ਨਤੀਜਾ ਹੈ। ਜੇ ਪਾਪ ਮੁੱਕ ਜਾਂਦੇ ਨੇ ਤਾਂ ਦੁੱਖ ਵੀ ਮੁੱਕ ਜਾਂਦੇ ਨੇ, ਜੇ ਦੁੱਖ ਮੁੱਕ ਜਾਂਦੇ ਨੇ ਤਾਂ ਖੇੜਾ ਹੀ ਖੇੜਾ। ਸੁਣੀਐ ਈਸ਼ਰ ਬ੍ਰਹਮਾ ਇੰਦ। ਸੁਣੀਐ ਮੁਖ ਸਲਾਹਣ ਮੰਦ। ਸੁਣੀਐ ਜੋਗ ਜੁਗਤ ਤਨ ਭੇਦ ਪੁਰਾਤਨ ਉਚਾਰਨ। ਸੁਣੀਐ ਸ਼ਾਸਤਰ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ। ਸੁਣੀਐ ਦੁਖ ਪਾਪ ਕਾ ਨਾਸ।
ਸੁਣੀਆਂ ਈਸ਼ਰ ਬਰਮਾ ਇੰਦ। ਬਿਰਤੀ ਨਾਲ ਬਿਰਤ ਟਿਕਾ ਕੇ, ਸੁਰਤ ਬਿਰਤੀ ਟਿਕਾ ਕੇ ਨਾਮ ਸੁਣਦਿਆਂ ਸੁਣਦਿਆਂ ਈਸ਼ਰ ਬਰਮਾ ਇੰਦ, ਈਸ਼ਰ ਸ਼ਿਵ ਜੀ, ਬਰਮਾ ਬ੍ਰਹਮਾ, ਇੰਦ ਇੰਦਰ ਦੇਵਤਾ, ਇਹ ਪਦਵੀਆਂ ਮਨੁੱਖ ਨੂੰ ਹਾਸਲ ਹੋ ਸਕਦੀਆਂ। ਦੇਵਤਿਆਂ ਵਾਲੀਆਂ ਪਦਵੀਆਂ ਹਾਸਲ ਹੋ ਜਾਂਦੀਆਂ। ਮਨੁੱਖ ਹੀ ਦੇਵਤਾ ਬਣ ਜਾਂਦਾ ਹੈ। ਦੇਵਤਿਆਂ ਵਾਲੇ ਗੁਣਾ ਵਸਦੇ ਨੇ, ਦੇਵਤਾ ਹੀ ਅਖਵਾਉਂਦਾ ਹੈ। ਸੁਣੀਐ ਮੁਖ ਸਲਾਹਣ ਮੰਦ, ਮੁਖ ਮੰਦ ਹੈ, ਮੰਦੇ ਮੁੱਖਾਂ ਵਾਲੇ। ਮੰਦੇ ਮੁਖ ਮਾੜੇ ਇਨਸਾਨ, ਮੰਦੇ ਮੁਖ ਮੰਦੇ ਮੂੰਹਾਂ ਵਾਲੇ, ਮਾੜੇ ਇਨਸਾਨ, ਬੁਰੇ ਇਨਸਾਨ, ਜਿਹੜੇ ਮੁਖ ਕਰਕੇ ਮੰਦੇ ਨੇ, ਜਿਹੜੇ ਮਾੜੇ ਨੇ, ਜਿਹੜੇ ਬੁਰੇ ਨੇ, ਨਾਮ ਸੁਣ ਸੁਣ ਕੇ ਉਹ ਵੀ ਸਲਾਹਣਯੋਗ ਹੋ ਜਾਂਦੇ ਨੇ। ਨਾਮ ਸੁਣ ਸੁਣ ਕੇ ਉਹ ਹੀ ਸਲਾਹਣਯੋਗ ਹੋ ਜਾਂਦੇ। ਮੰਦ ਮੁਖੇ ਵਾਲਾ, ਮੰਦੇ ਮੂੰਹਾਂ ਵਾਲੇ, ਗਿਰੇ ਹੋਏ ਇਨਸਾਨ, ਮੰਦੇ ਇਨਸਾਨ, ਉਹ ਵੀ ਅੱਛੇ ਬਣ ਜਾਂਦੇ ਨੇ। ਸੁਣੀਏ ਜੋਗ ਜੁਗਤੀ, ਜੋਗ ਮਿਲਾਪ ਜੁਗਤੀ ਢੰਗ। ਨਾਮ ਸੁਣ ਸੁਣ ਕੇ ਹੀ ਜੇ ਬਿਰਤੀ ਟਿਕਾ ਕੇ ਨਾਮ ਸੁਣਿਆ ਜਾਏ ਤਾਂ ਪਰਮੇਸ਼ਰ ਦੇ ਮਿਲਾਪ ਦੀ ਜੁਗਤੀ ਆ ਜਾਂਦੀ ਹੈ, ਜੋਗ ਦੀ ਜੁਗਤੀ ਆ ਜਾਂਦੀ ਹੈ, ਪਰਮੇਸ਼ਰ ਨਾਲ ਮਿਲਾਪ ਦੀ ਜੁਗਤੀ ਸਮਝ ਵਿੱਚ ਆ ਜਾਂਦੀ ਹੈ ਕਿ ਕਿਵੇਂ ਮਿਲਾਪ ਹੋ ਸਕਦਾ ਹੈ। ਪਰਮੇਸ਼ਰ ਨਾਲ ਜੋਗ ਦੀ ਜੁਗਤੀ ਸਮਝ ਲਈਦੀ ਹੈ। ਤਨ ਭੇਦ, ਤਨ ਵਿੱਚ ਵਸੇ ਪ੍ਰਭੂ ਦਾ ਭੇਤ ਪੈ ਜਾਂਦਾ ਹੈ। ਨਾਮ ਸੁਣ ਸੁਣ ਕੇ ਹੀ ਤਨ ਵਿੱਚ ਵਸੇ ਹੋਏ ਪਰਮੇਸ਼ਰ ਦਾ ਭੇਤ ਲੱਗ ਜਾਂਦਾ ਹੈ, ਪ੍ਰਤੱਖ ਹੋ ਜਾਂਦਾ ਹੈ। ਸੁਣੀਏ ਸ਼ਾਸਤਰ ਸਿਮਰਤੀ ਵੇਦ, ਨਾਮ ਸੁਣ ਸੁਣ ਕੇ ਹੀ ਸਿਮਰਤੀਆਂ ਸ਼ਾਸਤਰਾਂ ਵੇਦਾਂ ਵਾਲਾ ਗਿਆਨ ਅੰਦਰ ਆ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਹੈ ਨਾਨਕ, ਭਗਤਾਂ ਦੇ ਹਿਰਦਿਆਂ ਵਿੱਚ ਸਦਾ ਖੇੜਾ। ਕੀ ਵਜ੍ਹਾ? ਕਿਉਂਕਿ ਨਾਮ ਸੁਣ ਸੁਣ ਕੇ ਉਹਨਾਂ ਦੇ ਹਿਰਦਿਆਂ 'ਚੋਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਤੇ ਪਾਪਾਂ ਦਾ ਨਤੀਜਾ ਹੈ ਦੁੱਖ। ਇਸ ਤਰ੍ਹਾਂ ਦੁੱਖ ਵੀ ਦੂਰ ਹੋ ਜਾਂਦੇ। ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 ਕਾ ਇਸ਼ਨਾਨ, ਸੁਣੀਏ ਪੜ ਪੜ ਪਾਵੈ ਮਾਨ, ਸੁਣੀਏ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣੀਏ ਸਤ ਸੰਤੋਖ ਗਿਆਨ। ਬਾਣੀ ਸੁਣ ਸੁਣ ਕੇ ਹੀ ਸੁਰਤ ਬਿਰਤੀ ਟਿਕਾ ਕੇ ਬਾਣੀ ਸੁਣੀ ਜਾਏ ਤਾਂ ਫਿਰ ਸਤ ਸੰਤੋਖ ਗਿਆਨ ਇਹ ਜਿਹੇ ਚੰਗੇ ਚੰਗੇ ਗੁਣ ਅੰਦਰ ਪੈਦਾ ਹੋ ਜਾਂਦੇ ਨੇ। ਸਤ ਨੇਕੀ, ਦਾਨ ਦੇਣ ਦੀ ਬਿਰਤੀ ਨੂੰ ਵੀ ਸਤ ਕਹਿ ਦਿੰਦੇ ਨੇ, ਨੇਕੀ ਵੀ। ਸੰਤੋਖ, ਸੰਤੋਖ ਕੀ ਹੈ? ਰੱਜ, ਤ੍ਰਿਸ਼ਨਾ ਦਾ ਮੁੱਕ ਜਾਣਾ, ਰੱਜ ਆ ਜਾਣਾ। ਗਿਆਨ, ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ, ਰੂਹਾਨੀ ਗਿਆਨ ਆ ਵਸਦਾ ਹੈ। ਨਾਮ ਸੁਣ ਸੁਣ ਕੇ ਹੀ ਦਾਨ ਦੇਣ ਦੀ ਬਿਰਤੀ ਜਾਗਦੀ ਹੈ, ਨੇਕੀ ਜਾਗਦੀ ਹੈ, ਦਾਨ ਦੇਣ ਦੀ ਬਿਰਤੀ ਜਾਗਦੀ ਹੈ, ਸੰਤੋਖ ਅੰਦਰ ਪੈਦਾ ਹੁੰਦਾ ਹੈ, ਤ੍ਰਿਪਤੀ ਪੈਦਾ ਹੁੰਦੀ ਹੈ, ਤ੍ਰਿਸ਼ਨਾ ਮੁੱਕਦੀ ਹੈ।
ਆਤਮ ਗਿਆਨ ਪੈਦਾ ਹੁੰਦਾ ਹੈ, ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ। ਸੁਣੀਏ 68 ਕਾ ਇਸ਼ਨਾਨ, ਨਾਮ ਸੁਣ ਸੁਣ ਕੇ ਹੀ ਜੋ ਅਸੀਂ 68 ਤੀਰਥਾਂ ਦਾ ਇਸ਼ਨਾਨ ਵਿੱਚ ਪੁੰਨ ਮੰਨਿਆ ਹੈ, ਉਹ ਪੁੰਨ ਨਾਮ ਪੜ੍ਹ ਪੜ੍ਹ ਕੇ ਹੀ ਪ੍ਰਾਪਤ ਹੋ ਜਾਂਦਾ ਹੈ। ਸੁਣੀਏ 68 ਕਾ ਇਸ਼ਨਾਨ, ਨਾਮ ਸੁਣ ਸੁਣ ਕੇ ਹੀ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਮਨ ਧੋਤਾ ਜਾਂਦਾ ਹੈ, ਮਨ ਦੀ ਮੈਲ ਲੈ ਜਾਂਦੀ ਹੈ। ਸੁਣੀਏ ਪੜ੍ਹ ਪੜ੍ਹ ਪਾਵੈ ਮਾਨ, ਸੁਣੀਏ ਪੜ੍ਹ ਪੜ੍ਹ ਪਾਵੈ ਮਾਨ। ਜਿਹੜੇ ਇਨਸਾਨ ਰੂਹਾਨੀ ਪੜ੍ਹਾਈ ਪੜ੍ਹ ਪੜ੍ਹ ਕੇ ਇੱਜ਼ਤ ਪਾਉਂਦੇ ਨੇ, ਰੂਹਾਨੀ ਪੜ੍ਹਾਈ ਪੜ੍ਹ ਕੇ, ਧਾਰਮਿਕ ਪੜ੍ਹਾਈ ਪੜ੍ਹ ਕੇ ਜਿਹੜੇ ਇੱਜ਼ਤ ਪਾਉਂਦੇ ਨੇ, ਉਹੀ ਇੱਜ਼ਤ ਜੇ ਸੁਰਤ ਬਿਰਤੀ ਟਿਕਾ ਕੇ ਨਾਮ ਸੁਣਿਆ ਜਾਏ ਤਾਂ ਉਹ ਪਾਈ ਜਾ ਸਕਦੀ ਹੈ। ਸੁਣੀਏ ਲਾਗੈ ਸਹਿਜ ਧਿਆਨ, ਸਹਿਜ ਧਿਆਨ ਹੈ ਅਡੋਲ ਧਿਆਨ ਦਾ ਟਿਕ ਜਾਣਾ, ਬਿਨਾਂ ਮੋਹ ਮਾਇਆ ਵੱਲ ਡੋਲੇ, ਵਿਕਾਰਾਂ ਵੱਲ ਡੋਲੇ, ਧਿਆਨ ਦਾ ਪਰਮੇਸ਼ਰ ਦੀ ਚਰਨਾਂ ਵਿੱਚ ਟਿਕ ਜਾਣਾ। ਸੁਣੀਆਂ ਲਾਗੈ ਸਹਿਜ ਧਿਆਨ, ਨਾਮ ਸੁਣ ਸੁਣ ਕੇ ਹੀ ਅਫੁਰ ਅਵਸਥਾ ਪਾ ਲਈ ਦੀ ਹੈ, ਜਿੱਥੇ ਸੁਰਤ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਂਦੀ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਆਂ ਦੁੱਖ ਪਾਪ ਕਾ ਨਾਸ। ਭਗਤਾਂ ਦੇ ਹਿਰਦੇ ਵਿੱਚ ਸਦਾ ਖੇੜਾ, ਕਾਰਨ ਨਾਮ ਸੁਣ ਸੁਣ ਕੇ ਹੀ ਪਾਪ ਮਿਟ ਜਾਂਦੇ ਨੇ। ਪਾਪਾਂ ਦਾ ਨਤੀਜਾ ਜੋ ਦੁੱਖ ਹੈ ਇਹ ਵੀ ਦੂਰ ਹੋ ਜਾਂਦੇ ਨੇ। ਆਖਰੀ ਪੌੜੀ ਤੇ ਫਿਰ ਸਮਾਪਤੀ। ਸੁਣੀਏ ਸਰਾਂ ਗੁਣਾ ਕੇ ਗਾ। ਸਰ ਕਹਿੰਦੇ ਨੇ ਸਰੋਵਰਾਂ ਨੂੰ, ਸਰ ਸਰੋਵਰ, ਸਰਾਂ ਸਰੋਵਰਾਂ ਦੇ। ਸਰਾਂ ਗੁਣਾ ਕੇ ਗਾ। ਕਿਹੜੇ ਸਰੋਵਰ? ਗੁਣਾਂ ਦੇ ਸਰੋਵਰ। ਕਿਹੜੇ ਸਰੋਵਰ? ਪਾਣੀ ਵਾਲੇ ਸਰੋਵਰ ਨਹੀਂ, ਜਿੱਥੇ ਪਾਣੀ ਦੀ ਥਾਂ ਗੁਣ ਨੇ, ਗੁਣਾਂ ਦੇ ਸਰੋਵਰ। ਸੁਣੀਆਂ ਸਰਾਂ ਗੁਣਾ ਕੇ ਗਾ। ਗਾ ਸਮਝ ਵਾਲੇ, ਵਾਕਫੀ ਵਾਲੇ। ਨਾਮ ਸੁਣ ਸੁਣ ਕੇ ਹੀ ਢੇਰ ਸਾਰੇ ਅੱਛੇ ਗੁਣਾਂ ਦੇ ਗਾਉਣ ਵਾਲੇ ਬਣ ਜਾਈਦਾ ਹੈ, ਅੱਛੇ ਗੁਣਾਂ ਦੀ ਵਾਕਫੀਅਤ ਵਾਲੇ ਬਣ ਜਾਈਦਾ ਹੈ। ਸੁਣੀਏ ਸ਼ੇਖ ਪੀਰ ਪਾਤਸ਼ਾਹ। ਨਾਮ ਸੁਣ ਸੁਣ ਕੇ ਹੀ ਸ਼ੇਖਾਂ ਵਾਲੀ, ਪੀਰਾਂ ਵਾਲੀ, ਪਾਤਸ਼ਾਹਾਂ ਵਾਲੀ, ਪਾਤਸ਼ਾਹ ਤੋਂ ਭਾਵ ਹੈ ਇਹ ਵੀ ਦਰਜਾ ਹੈ ਧਰਮ ਦੀ ਦੁਨੀਆ ਵਿੱਚ। ਤੋ ਸ਼ੇਖਾਂ ਵਾਲੀ, ਪੀਰਾਂ ਵਾਲੀ, ਪਾਤਸ਼ਾਹਾਂ ਵਾਲੀ ਇਹ ਪਦਵੀਆਂ ਹਾਸਲ ਹੋ ਜਾਂਦੀਆਂ ਨੇ। ਤੋ ਪਾਤਸ਼ਾਹ ਦਾ ਮਤਲਬ ਜਗਤ ਦਾ ਬਾਦਸ਼ਾਹ ਨਹੀਂ, ਇਹ ਵੀ ਪਦਵੀ ਹੈ ਰੂਹਾਨੀ। ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਆਖੀਦੇ, ਗੁਰੂ ਨਾਨਕ ਨੂੰ ਪਾਤਸ਼ਾਹ ਆਖਦੇ, ਰੂਹਾਨੀ ਪਦਵੀ ਹੈ। ਇਹ ਪਦਵੀਆਂ ਹਾਸਲ ਹੋ ਜਾਂਦੀਆਂ ਨੇ। ਸੁਣੀਏ ਅੰਧੇ ਪਾਵੈਂ ਰਾਹ। ਅੰਧੇ ਤੋਂ ਭਾਵ ਅਗਿਆਨੀ, ਜਿਨ੍ਹਾਂ ਨੂੰ ਕੋਈ ਰੂਹਾਨੀ ਸੋਝੀ ਨਹੀਂ, ਉਹ ਵੀ ਜੀਵਨ ਦਾ ਸਹੀ ਰਾਹ ਲੱਭ ਲੈਂਦੇ ਨੇ ਨਾਮ ਸੁਣ ਸੁਣ ਕੇ ਹੀ। ਉਹ ਜੋ ਬਿਲਕੁਲ ਅਗਿਆਨੀ ਨੇ, ਜਿਨ੍ਹਾਂ ਨੂੰ ਕੋਈ ਧਾਰਮਿਕ ਸੋਝੀ ਨਹੀਂ, ਜਿਨ੍ਹਾਂ ਨੂੰ ਰੂਹਾਨੀ ਸੋਝੀ ਨਹੀਂ, ਉਹ ਵੀ ਜ਼ਿੰਦਗੀ ਦਾ ਸਹੀ ਰਾਹ ਲੱਭ ਲੈਂਦੇ ਨੇ। ਸੁਣੀਏ ਹਾਥ ਹੋਵੇ ਅਸਗਾ। ਅਸਗਾ ਜਿਹੜਾ ਬਹੁਤ ਦੂਰ ਹੈ, ਜਿਸ ਨੂੰ ਅਸੀਂ ਬਹੁਤ ਦੂਰ ਸਮਝੀ ਬੈਠੇ ਹਾਂ, ਜਿਸ ਤੱਕ ਪਹੁੰਚ ਨਾਮੁਮਕਿਨ ਸਮਝੀ ਬੈਠੇ ਹਾਂ। ਹੁਣ ਦਰਅਸਲ ਆਖਰੀ ਅਰਥ ਅਸਗਾ ਦਾ ਹੁੰਦਾ ਬਹੁਤ ਡੂੰਘਾ, ਬਹੁਤ ਗਹਿਰਾ, ਬਹੁਤ ਡੂੰਘਾ, ਬਹੁਤ ਗਹਿਰਾ। ਆ ਸੰਸਾਰ ਸਾਗਰ ਬੰਦਗੀ ਤੋਂ ਪਹਿਲਾਂ ਬਹੁਤ ਗਹਿਰਾ ਜਾਪਦਾ, ਬਹੁਤ ਡੂੰਘਾ, ਜਿਸ ਨੂੰ ਪਾਰ ਕਰਨਾ ਬਿਲਕੁਲ ਅਸੰਭਵ ਹੈ, ਐਸਾ ਜਾਪਦਾ ਹੈ। ਤੇ ਹਾਥ ਹੋਵੇ, ਹੱਥ ਭਰ ਡੂੰਘਾ ਰਹਿ ਜਾਂਦਾ।
ਬੰਦਗੀ ਕਰ ਕਰਕੇ ਫਿਰ ਇਹ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਤੇ ਹੱਥ ਪਰ ਡੂੰਘਾ ਹੀ ਹੈ, ਇਸ ਵਿੱਚ ਤਾਂ ਪਾਰ ਕਰਨਾ ਬਹੁਤ ਆਸਾਨ ਹੈ। ਉਹੀ ਅਸਗਾਹ ਸਮੁੰਦਰ, ਸੰਸਾਰ ਸਮੁੰਦਰ ਹੁਣ ਹੱਥ ਪਰ ਡੂੰਘਾ ਲੱਗਦਾ ਹੈ, ਇੰਜ ਲੱਗਦਾ ਹੈ ਛੇਤੀ ਆਸਾਨੀ ਨਾਲ ਹੀ ਮੈਂ ਇਸ ਨੂੰ ਪਾਰ ਕਰ ਜਾਵਾਂਗਾ। ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। हे ਨਾਨਕ, ਭਗਤਾਂ ਦੇ ਹਿਰਦਿਆਂ ਵਿੱਚ ਸਦਾ ਹੀ ਆਨੰਦ, ਸਦਾ ਹੀ ਖੇੜਾ। ਕਾਰਨ ਉਸਦਾ ਹੈ ਪਾਪਾਂ ਦਾ ਨਾਸ, ਗੁਨਾਹਾਂ ਦਾ ਨਾਸ। ਹਿਰਦਾ ਉਹਨਾਂ ਦਾ ਸ਼ੁੱਧ ਹੁੰਦਾ ਹੈ, ਇਸੇ ਕਰਕੇ ਉੱਥੇ ਦੁੱਖਾਂ ਦਾ ਨਾਮ ਨਿਸ਼ਾਨ ਨਹੀਂ। ਸਾਧ ਸੰਗਤ ਜੀਓ, ਆਪ ਸਮਾਂ ਬਹੁਤ ਲੈ ਲਿਆ ਹੈ, ਖਿਮਾ ਦਾ ਜਾਚਕ ਹਾਂ। ਸਾਰੀ ਫਤਿਹ ਗਜਾਓ। ਵਾਹਿਗੁਰੂ ਜੀ ਕੀ ਫਤਿਹ।